ਕੀਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਨਾਮ ਵਾਹਿਗੁਰੂ ਜੀਓ। ਸ਼ਲੋਕ ਮਰਦਾਨਾ ਪਹਿਲਾ। ਕਲ ਕਲ ਵਾਲੀ ਕਾਮ ਮਦ, ਮਨੁਆ ਪੀਵਣ ਹਾਰ। ਕ੍ਰੋਧ ਕਟੋਰੀ ਮੋਹਿ ਭਰੀ, ਪੀ ਲਾਵਾ ਅਹੰਕਾਰ। ਮਜਲਸ ਕੂੜੇ ਲੱਭ ਕੀ, ਪੀ ਪੀ ਹੋਏ ਖੁਆਰ। ਕਰਣੀ ਲਾਹਣ ਸਤ ਗੁੜ, ਕਰਣੀ ਲਾਹਣ ਸਤ ਗੁੜ। ਸੱਚ ਸਰਾ ਕਰਸਾਰ, ਗੁਣ ਮੰਡੇ ਕਰ ਸ਼ੀਲ ਘਿਓ। ਸਰਮ ਮਾਸ ਆਹਾਰ, ਗੁਰਮੁਖ ਪਾਈਐ ਨਾਨਕਾ। ਖਾਧੇ ਜਾਹੇ ਵਿਕਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਹਿਬਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਦੇ ਪਿਆਰ ਵਾਲੀ ਗੁਰੂ ਦੀ ਸਾਜੀ ਨਵਾਜੀ ਸਾਧ ਸੰਗਤ ਜੀਓ। ਸਤਿਗੁਰਾਂ ਦੀ ਅਪਾਰ ਮਿਹਰ ਕਿਰਪਾ ਰਹਿਮਤ ਦਾ ਸਦਕਾ ਅੰਮ੍ਰਿਤ ਵੇਲੇ ਗੁਰੂ ਚਰਨਾਂ ਵਿੱਚ ਹਾਜ਼ਰੀ ਭਰਨ ਦਾ ਸੁਭਾਗਾ ਸਮਾਂ ਪ੍ਰਾਪਤ ਹੋਇਆ ਹੈ। ਅੰਮ੍ਰਿਤ ਵੇਲੇ ਤੋਂ ਨਿਤਨੇਮ ਦੀਆਂ ਬਾਣੀਆਂ ਦੇ ਜਾਪ ਹੋਏ। ਆਸਾ ਜੀ ਦੀ ਵਾਰ ਦੇ ਕੀਰਤਨ ਗੁਰਮੁਖਾਂ ਪਾਸੋਂ ਸਰਵਣ ਕੀਤੇ ਨੇ ਅਤੇ ਚੱਲ ਰਹੀ ਅੰਮ੍ਰਿਤਮਈ ਬਾਣੀ ਦੀ ਅਮਰ ਕਥਾ, ਜੋ ਕਿ ਹਰ ਰੋਜ਼ ਗੁਰੂ ਚਰਨਾਂ ਵਿੱਚ ਬੈਠ ਕੇ ਆਪਾਂ ਸਰਵਣ ਕਰਦੇ ਹਾਂ। ਸਾਹਿਬ ਮਹਾਰਾਜ ਜੀ ਨੇ ਵਡਭਾਗਾ ਸਮਾਂ ਬਖਸ਼ਿਆ ਜੀ। ਬਿਹਾਗੜੇ ਦੀ ਵਾਰ ਦੇ ਵਿੱਚ ਇਹ 12ਵਾਂ ਸ਼ਬਦ ਹੈ। ਸੋ ਇਸ ਵਿੱਚ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸਲੋਕਾਂ ਦੁਆਰਾ ਉਪਦੇਸ਼ ਦਿੰਦੇ ਨੇ ਅਤੇ ਪੌੜੀ ਜਿਹੜੀ ਹੈ ਉਹ ਗੁਰੂ ਰਾਮਦਾਸ ਜੀ ਦੀ ਉਚਾਰਨ ਕੀਤੀ ਹੋਈ ਹੈ। ਮਰਦਾਨੇ ਨੂੰ ਸੰਬੋਧਨ ਕਰਕੇ ਸ਼ਲੋਕ ਮਰਦਾਨਾ ਪਹਿਲਾ। ਮਰਦਾਨੇ ਨੂੰ ਸੰਬੋਧਨ ਕਰਕੇ ਮਹਾਰਾਜ ਨੇ ਉਪਦੇਸ਼ ਉਚਾਰਿਆ। ਕਲ ਕਲਵਾਲੀ ਕਾਮ ਮਦ, ਮਨੁਆ ਪੀਵਣ ਹਾਰ। ਜਿਹੜਾ ਬੰਦੇ ਦਾ ਕਲਯੁਗੀ ਸੁਭਾਅ ਹੁੰਦਾ ਨਾ, ਕਲਯੁਗੀ ਸੁਭਾਅ ਆ ਅਤੇ ਕਾਮ ਮਦ, ਕਾਮ ਦਾ ਵਿੱਚ ਇਹਦੇ ਨਸ਼ਾ ਹੈ। ਇੱਕ ਕਲਯੁਗੀ ਸੁਭਾਅ ਅਤੇ ਕਾਮ ਦਾ ਨਸ਼ਾ ਹੋਵੇ ਅਤੇ ਮਨ ਨੂੰ ਪੀਂਦਾ ਪਿਆ। ਮਨੁਆ ਪੀਵਣ ਹਾਰ। ਕ੍ਰੋਧ ਕਟੋਰੀ ਮੋਹਿ ਭਰੀ, ਪੀ ਲਾਵਾ ਅਹੰਕਾਰ। ਕ੍ਰੋਧ ਦੀ ਕਟੋਰੀ ਹੈ ਅਤੇ ਮੋਹ ਦੀ ਭਰੀ ਹੋਈ ਹੈ। ਜਿਹੜਾ ਹੰਕਾਰ ਹੈ ਉਹ ਇਸ ਨੂੰ ਪਿਲਾ ਰਿਹਾ ਹੈ ਜੀ। ਮਜਲਸ ਕੂੜੇ ਲੱਭ ਕੀ, ਪੀ ਪੀ ਹੋਏ ਖੁਆਰ। ਸਭਾ ਕਿਹਦੀ ਹੈ? ਝੂਠਿਆਂ ਦੀ, ਜਿਹੜੇ ਲੱਭ ਦੇ ਵਿੱਚ ਫਸੇ ਹੋਏ ਨੇ ਝੂਠੇ, ਉਹਨਾਂ ਦੀ ਮਜਲਿਸ ਹੈ। ਉਸ ਸਭਾ ਦੇ ਵਿੱਚ ਸੋ ਇਹ ਬੈਠਾ ਹੋਇਆ ਅਤੇ ਪੀ ਪੀ ਕੇ ਖੁਆਰ ਹੋ ਰਹੇ ਨੇ। ਕਰਣੀ ਲਾਹਣ ਸਤ ਗੁੜ, ਸੱਚ ਸਰਾ ਕਰਸਾਰ। ਚਾਹੀਦਾ ਕੀ ਸੀਗਾ? ਚੰਗੇ ਕਰਮ ਕਰਨੇ, ਕਰਨੀ ਚੰਗੇ ਕਰਮ ਕਰਨੇ, ਸਤਸੰਗ ਕਰਨਾ, ਬਾਣੀ ਪੜ੍ਹਨੀ, ਬਾਣੀ ਦੀ ਵਿਚਾਰ ਕਰਨੀ, ਸੇਵਾ ਸਿਮਰਨ ਇਹ ਕਰਨੀ, ਇਹਦੀ ਲਾਹਣ ਬਣਾਉਣੀ ਸੀ। ਅਤੇ ਸਤ ਗੁੜ ਸੱਚ ਸਰਾ ਕਰਸਾਰ। ਅਤੇ ਸੱਤ ਦਾ ਗੁੜ ਅਤੇ ਸੱਤ ਦੀ ਜਿਹੜੀ ਸ਼ਰਾਬ ਉਹ ਕੱਢਣੀ ਸੀ। ਹੁਣ ਜਿਹੜਾ ਬੰਦਾ ਚੰਗੇ ਕਰਮ ਕਰਦਾ ਅਤੇ ਸੱਤ ਨੂੰ ਧਾਰਨ ਕਰਦਾ, ਗੁਰਬਾਣੀ ਸੱਤ ਹੈ ਸਾਰੀ, ਗੁਰਬਾਣੀ ਨੂੰ ਧਾਰਨ ਕਰਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਕਹਿੰਦੇ ਫਿਰ ਉਹ ਸੋ ਜਦੋਂ ਸੱਚ ਨੂੰ ਉਹ ਧਾਰਨ ਕਰ ਲੈਂਦਾ ਹੈ ਫਿਰ ਆਪਣੇ ਅੰਦਰ ਉਹ ਜਿਹੜਾ ਨਾਮ ਰਸ ਹੈ ਉਸ ਨੂੰ ਪ੍ਰਾਪਤ ਕਰਦਾ ਹੈ।
ਗੁਣ ਮੰਡੇ ਕਰ ਸੀਲ ਘਿਓ ਸਰਮ ਮਾਸ ਆਹਾਰ। ਜਿਹੜੇ ਚੰਗੇ ਗੁਣ ਨੇ ਨਾ ਆਪਣੇ 'ਚ ਪੈਦਾ ਕਰਨੇ, ਇਹ ਮੰਡੇ, ਇਹਦੀਆਂ ਰੋਟੀਆਂ ਬਣਾਉਣੀਆਂ ਕਹਿੰਦੇ। ਅਤੇ ਸੀਲ ਗੁਣ ਮੰਡੇ ਕਰ ਸੀਲ, ਠੰਡਾ ਸੁਭਾਅ ਰੱਖਣਾ ਆਪਣਾ ਸ਼ੀਤਲਤਾਈ ਦੇ ਵਿੱਚ। ਅਤੇ ਘਿਓ ਸਰਮ, ਸੋ ਭਾਵ ਜਿਹੜਾ ਮਾੜੇ ਕੰਮਾਂ ਤੋਂ ਸੰਗਣਾ, ਇਹਦਾ ਘਿਓ। ਮਾਸ ਆਹਾਰ, ਸੋ ਇਹੋ ਹੀ ਮਾਸ ਦਾ ਭੋਜਨ ਹੁੰਦਾ ਹੈ, ਮਾੜੇ ਕੰਮਾਂ ਤੋਂ ਸੰਗਣਾ। ਹਾਂਜੀ, ਫਿਰ ਸ਼ੁਭ ਗੁਣ ਧਾਰਨ ਕਰਨੇ, ਫਿਰ ਸ਼ੀਤਲਤਾਈ ਆਪਣੇ ਅੰਦਰ ਰੱਖਣੀ, ਅਤੇ ਇਹੀ ਮਾਸ ਦਾ ਭੋਜਨ ਹੈ ਕਹਿੰਦੇ, ਸਭ ਤੋਂ ਉੱਤਮ ਭੋਜਨ ਹੈ। ਗੁਰਮੁਖ ਪਾਈਐ ਨਾਨਕਾ ਖਾਧੇ ਜਾਹੇ ਵਿਕਾਰ। ਗੁਰਮੁਖਾਂ ਦੇ ਨਾਲ ਮਿਲ ਕੇ ਇਹ ਭੋਜਨ ਪ੍ਰਾਪਤ ਕੀਤਾ ਜਾਂਦਾ ਹੈ। ਇਹ ਭੋਜਨ ਜਿਹੜਾ ਗੁਰੂ ਨਾਨਕ ਪਾਤਸ਼ਾਹ ਜੀ ਨੇ ਮਰਦਾਨਾ ਜੀ ਨੂੰ ਦੱਸਿਆ ਨਾ, ਕਹਿੰਦੇ ਇਹ ਭੋਜਨ ਗੁਰਮੁਖ ਪਿਆਰਿਆਂ ਦੇ ਨਾਲ ਮਿਲ ਕੇ ਪ੍ਰਾਪਤ ਹੁੰਦਾ ਹੈ। ਅਤੇ ਜਿਹੜਾ ਇਸ ਭੋਜਨ ਨੂੰ ਖਾਂਦਾ ਹੈ, ਮਹਾਰਾਜ ਪਾਤਸ਼ਾਹ ਕਹਿੰਦੇ ਉਸਦੇ ਸਾਰੇ ਜਿਹੜੇ ਵਿਕਾਰ ਨੇ ਉਹ ਖਤਮ ਹੋ ਜਾਂਦੇ ਨੇ। ਮਰਦਾਨਾ ਪਹਿਲਾ ਕਾਇਆ ਲਾਹਣ ਆਪ ਮਦ ਮਜਲਸ ਤ੍ਰਿਸ਼ਨਾ ਤਾਤ। ਇਹ ਸਰੀਰ ਹੀ ਸਾਰਾ ਜਿਹੜਾ ਇਹ ਲਾਹਣ ਰੂਪ ਹੈ, ਕਿਉਂਕਿ ਮਟਕੀ ਹੈ ਨਾ, ਮਟਕੀ ਦੇ ਵਿੱਚ ਹੀ ਲਾਹਣ ਪਾਉਂਦੇ ਹਾਂ। ਅਤੇ ਆਪ ਮਦ, ਇਹਦੇ ਵਿੱਚ ਜਿਹੜਾ ਹੰਕਾਰ ਦਾ ਨਸ਼ਾ ਹੈ। ਮਜਲਸ ਤ੍ਰਿਸ਼ਨਾ ਧਾਤ, ਤ੍ਰਿਸ਼ਨਾਲੂ ਸੁਭਾਅ ਜਿਹੜਾ ਹੈ ਉਹਦੀ ਸਭਾ ਹੈ ਕਹਿੰਦੇ। ਮਨਸਾ ਕਟੋਰੀ ਕੂੜ ਭਰੀ ਪੀ ਲਾਏ ਜਮਕਾਲ। ਸੋ ਕੂੜ ਦੀ ਕਟੋਰੀ ਇਹ ਮਨ ਦੇ ਹੱਥ ਦੇ ਵਿੱਚ ਹੈ, ਅਤੇ ਜਮ ਜਿਹੜਾ ਆ ਉਸ ਨੂੰ ਫਿਰ ਕੂੜ ਪਿਲਾਉਂਦਾ, ਮਨ ਨੂੰ ਕੂੜ ਪਿਲਾਉਂਦਾ ਜੀ ਉਹ। ਇਤ ਮਦ ਪੀਤੈ ਨਾਨਕਾ ਬਹੁਤੇ ਘਟੀਆ ਬੇਕਾਰ। ਇਹ ਨਸ਼ਾ ਜਿਹੜਾ ਪੀ ਲੈਂਦਾ ਹੈ ਨਾ, ਉਹ ਬੇਕਾਰ ਹੀ ਘਟਦਾ ਕਹਿੰਦੇ, ਉਹਦਾ ਜੀਵਨ ਬੇਕਾਰ ਹੀ ਹੋ ਜਾਂਦਾ ਭਾਈ, ਉਹਦਾ ਰਹਿਣ ਸਹਿਣ ਵਿਕਾਰਾਂ ਦੇ ਨਾਲ ਭਰਿਆ ਹੋਇਆ ਹੁੰਦਾ। ਗਿਆਨ ਗੁੜ ਸਲਾ ਮੰਡੇ ਭਾਉ ਮਾਸ ਆਹਾਰ। ਜਿਹੜਾ ਸੱਤ ਦਾ ਗਿਆਨ ਆ ਨਾ, ਜਿਹੜਾ ਸੱਤ ਦਾ ਗਿਆਨ ਆ, ਇਹ ਸ਼ੁਭ ਗੁਣ ਆਪਸ ਵਿੱਚ ਧਾਰਨ ਕਰਨੇ, ਆਪਣੇ ਵਿੱਚ ਧਾਰਨ ਕਰਨੇ, ਇਹ ਮੰਡੇ ਸੁਭਾਵ ਇਹਦੀਆਂ ਰੋਟੀਆਂ ਤਿਆਰ ਕਰ। ਅਤੇ ਭਾਉ ਮਾਸ ਆਹਾਰ, ਜਿਹੜਾ ਪ੍ਰਮਾਤਮਾ ਦੇ ਪ੍ਰਤੀ ਮਨ ਵਿੱਚ ਡਰ ਰੱਖਣਾ, ਵੀ ਪ੍ਰਮਾਤਮਾ ਜਿਹੜਾ ਉਹ ਵੇਖਦਾ ਆ, ਸਭ ਕੁਝ ਸੁਣਦਾ ਵੇਖਦਾ, ਕਿਉਂ ਮੁੱਕਰ ਪਾਇਆ ਜਾਏ, ਉਹ ਸੁਣਦਾ ਵੀ ਹੈ ਵੇਖਦਾ ਵੀ ਆ। ਸੋ ਇਹ ਡਰ ਜਿਹੜਾ ਆ ਰੱਖਣਾ, ਇਹ ਮਾਸ ਦਾ ਭੋਜਨ ਹੋ ਜਾਂਦਾ। ਨਾਨਕ ਇਹ ਭੋਜਨ ਸੱਚ ਹੈ, ਸੱਚ ਨਾਮ ਆਧਾਰ। ਸੋ ਇਹ ਭੋਜਨ ਅਸਲ ਸੱਤ ਹੈ, ਅਤੇ ਜਿਸ ਨੂੰ ਵੀ ਇਹ ਸੱਚ ਦਾ ਭੋਜਨ ਪ੍ਰਾਪਤ ਹੁੰਦਾ ਹੈ, ਅਤੇ ਉਹ ਫਿਰ ਨਾਮ ਨੂੰ ਆਪਣਾ ਆਧਾਰ ਬਣਾ ਲੈਂਦਾ। ਕਿਸੇ ਬੰਦੇ ਨੂੰ ਨਹੀਂ ਆਧਾਰ ਬਣਾਉਂਦਾ, ਦੁਨੀਆ ਦੇ ਕਿਸੇ ਸੁੱਖ ਨੂੰ ਆਧਾਰ ਨਹੀਂ ਬਣਾਉਂਦਾ। ਜਿਹੜਾ ਇਹ ਭੋਜਨ ਖਾਂਦਾ ਉਹ ਕੇਵਲ ਅਤੇ ਕੇਵਲ ਨਾਮ ਨੂੰ ਆਪਣਾ ਆਧਾਰ ਬਣਾ ਲੈਂਦਾ ਕਹਿੰਦੇ। ਜਿਹਦਾ ਨਾਮ ਆਧਾਰ ਬਣ ਗਿਆ ਅਤੇ ਉਹਨੂੰ ਹੋਰ ਕਿਸੇ ਚੀਜ਼ ਦੀ ਕੋਈ ਲੋੜ ਨਹੀਂ ਰਹਿ ਜਾਂਦੀ ਕਹਿੰਦੇ। ਕਾਇਆ ਲਾਹਣ ਆਪ ਮਦ ਅੰਮ੍ਰਿਤ ਤਿਸ ਕੀ ਧਾਰ। ਸੋ ਕਾਇਆ ਜਿਹੜੀ ਹੈ, ਇਹ ਸਰੀਰ ਜਿਹੜਾ ਇਹਦੇ ਵਿੱਚ ਲਾਹਣ ਪਾਉਣ ਲਈ ਕਹਿ ਦਿੱਤਾ। ਆਪ ਮਦ, ਇਹਦੇ ਵਿੱਚ ਹੁਣ ਸਰੀਰ ਦੇ ਨਾਲ ਜੋ ਮਾੜੇ ਕਰਮ ਕਰਦਾ ਉਹ ਲਾਹਣ ਬਣ ਜਾਂਦੀ ਹੈ। ਹੰਕਾਰ ਦਾ ਵਿੱਚ ਨਸ਼ਾ ਹੁੰਦਾ। ਅੰਮ੍ਰਿਤ ਤਿਸ ਕੀ ਧਾਰ, ਤੋ ਜਦੋਂ ਸ਼ੁਭ ਗੁਣ ਇਕੱਠੇ ਕਰਾਂਗੇ ਅਤੇ ਇਹਦੇ ਵਿੱਚੋਂ ਅੰਮ੍ਰਿਤ ਦੀ ਧਾਰ ਨਿਕਲਦੀ ਹੈ। ਇਹ ਜਿਹੜਾ ਸਰੀਰ ਹੈ ਤਾਂ ਵਿਕਾਰਾਂ ਦਾ ਭਰਿਆ ਹੋਇਆ, ਪਰ ਪਾਤਸ਼ਾਹ ਕਹਿੰਦੇ ਨੇ ਵੀ ਜੇ ਆਪਾਂ ਬਾਣੀ ਪੜ੍ਹੀਏ, ਗੁਣਾਂ ਦੀ ਵਿਚਾਰ ਕਰੀਏ, ਤੇ 'ਚ ਅੰਮ੍ਰਿਤ ਦੀ ਧਾਰ ਪੈਦਾ ਹੁੰਦੀ ਹੈ। ਸਤ ਸੰਗਤ ਸਿਉ ਮਿਲਾਪ ਹੋਏ, ਲਿਵ ਕਟੋਰੀ ਅੰਮ੍ਰਿਤ ਭਰੀ, ਪੀ ਪੀ ਕਟਹਿ ਵਿਕਾਰ।
ਸਤ ਸੰਗੀਆਂ ਦੇ ਨਾਲ ਮੇਲ ਹੋ ਜਾਵੇ, ਫਿਰ ਲਿਵ ਰੂਪ ਕਟੋਰੀ ਜਿਹੜੀ ਹੈ ਉਹ ਭਰਦੀ ਹੈ, ਉਹ 'ਚ ਅੰਮ੍ਰਿਤ ਭਰ ਜਾਂਦਾ। ਜਿਉਂ-ਜਿਉਂ ਲਿਵ ਲੱਗਦੀ ਹੈ ਤਿਉਂ ਤੋਂ ਉਸ ਦੇ ਵਿਕਾਰ ਜਿਹੜੇ ਨੇ ਉਹ ਕੱਟੇ ਜਾਂਦੇ ਨੇ। ਜਿੰਨਾ ਚਿਰ ਲਿਵ ਨਹੀਂ ਲੱਗਣੀ ਉਹਨਾਂ ਚਿਰ ਵਿਕਾਰ ਨਹੀਂ ਕੱਟੇ ਜਾਂਦੇ ਜੀ। ਪੌੜੀ ਆਪੇ ਸੁਰ ਨਰ ਗਣ ਗੰਧਰਵਾ, ਆਪੇ ਖੜ ਦਰਸ਼ਨ ਕੀ ਬਾਣੀ। ਪਰਮਾਤਮਾ ਆਪ ਹੀ ਦੇਵਤਾ ਰੂਪ ਹੈ, ਆਪ ਹੀ ਮਨੁੱਖ ਰੂਪ ਹੈ, ਆਪ ਹੀ ਗਣ ਜਿਹੜੇ ਸ਼ਿਵ ਜੀ ਦੇ ਸੇਵਕ ਮੰਨੇ ਜਾਂਦੇ ਨੇ, ਗਣ ਗੰਧਰਵਾ ਸਵਰਗਾਂ ਦੇ ਵਿੱਚ ਜਿਹੜੇ ਰਾਗ ਅਲਾਪਣ ਵਾਲੇ ਉਹਨਾਂ ਨੂੰ ਗੰਧਰਵ ਕਹਿ ਦਿੰਦੇ ਨੇ, ਉਹ ਪ੍ਰਭੂ ਆਪ ਹੀ ਹੈ। ਇਹਨਾਂ ਵਿੱਚ ਪਰਮਾਤਮਾ ਆਪ ਹੀ ਤਾਂ ਵਰਤਦਾ, ਦੇਵਤਿਆਂ ਵਿੱਚ ਵੀ, ਮਨੁੱਖਾਂ ਵਿੱਚ ਵੀ, ਗਣਾਂ ਵਿੱਚ ਵੀ, ਗੰਧਰਵਾਂ ਵਿੱਚ ਵੀ। ਆਪੇ ਖਟ ਦਰਸ਼ਨ ਕੀ ਬਾਣੀ। 6 ਸ਼ਾਸਤਰਾਂ ਦੇ ਵਿੱਚ ਜੋ ਬਾਣੀ ਲਿਖੀ ਗਈ ਹੈ, ਸੋ 4 ਵੇਦਾਂ ਨੂੰ ਮੱਥ ਕੇ ਜੋ 6 ਸ਼ਾਸਤਰ ਲਿਖੇ ਗਏ ਨੇ, ਖਟ ਦਰਸ਼ਨ 6 ਸ਼ਾਸਤਰ ਹਨ ਜਿਹੜੇ, ਅਤੇ ਉਹਨਾਂ ਦੇ ਵਿੱਚ ਹੁਣ ਰਿਸ਼ੀਆਂ ਮੁਨੀਆਂ ਦੇ ਮਨ ਵਿੱਚ ਵਸ ਕੇ ਤੂੰ ਆਪ ਹੀ 6 ਦਰਸ਼ਨਾਂ ਦੀ ਜਿਹੜੀ ਬਾਣੀ ਹੈ ਉਹ ਲਿਖਾ ਦਿੱਤੀ। ਆਪੇ ਸ਼ਿਵ ਸ਼ੰਕਰ ਮਹੇਸ਼ਾ, ਆਪੇ ਗੁਰਮੁਖ ਅਕਥ ਕਹਾਣੀ। ਸੋ ਸ਼ਿਵ ਸ਼ੰਕਰ ਮਹੇਸ਼ਾ ਇਹ ਤਿੰਨੇ ਨਾਂ ਜਿਹੜੇ ਨੇ ਇਹ ਸ਼ਿਵ ਜੀ ਦੇ ਹਨ। ਸ਼ਿਵ ਵੀ ਕਹਿੰਦੇ ਆ, ਸ਼ੰਕਰ ਵੀ ਕਹਿੰਦੇ ਆ, ਮਹੇਸ਼ ਵੀ ਕਹਿੰਦੇ, ਨਾਂ ਬੜੇ ਨੇ, ਭੋਲੇਨਾਥ ਵੀ ਕਹਿੰਦੇ, ਬੜੇ ਨਾਂ ਰੱਖੇ ਹੋਏ ਨੇ। ਪਰ ਸਤਿਗੁਰੂ ਜੀ ਕਹਿੰਦੇ ਨੇ, ਕਹਿੰਦੇ ਪ੍ਰਮਾਤਮਾ ਪਰਮੇਸ਼ਰ ਆਪ ਹੀ ਸ਼ਿਵ ਸ਼ੰਕਰ ਮਹੇਸ਼ ਆਪ ਹੀ ਹੈ। ਆਪੇ ਗੁਰਮੁਖ ਅਕਥ ਕਹਾਣੀ। ਸੋ ਜਿਹੜੀ ਅਕਥ ਕਹਾਣੀ ਹੈ, ਜਿਹੜੀ ਸਮਝ ਵਿੱਚ ਨਹੀਂ ਆਉਂਦੀ ਹੈ, ਕਿਸੇ ਦੇ ਵੀ ਸਮਝ ਵਿੱਚ ਨਹੀਂ ਆਉਂਦੀ, ਜਿਹਨੂੰ ਅਕਥ ਕਥਾ ਕਹਿ ਦਿੱਤਾ। ਅਕਥ ਕਥਾ ਰੱਬ ਦੀ ਆਪਣੀ ਕਥਾ ਸਮਝ ਵਿੱਚ ਨਹੀਂ ਆਉਂਦੀ ਹੈ। ਹੁਣ ਜੇ ਦੇਵਤਿਆਂ ਦੇ ਪਿੱਛੇ ਲੱਗ ਗਏ ਉਹਨਾਂ ਨੂੰ ਕੀ ਸਮਝ ਵਿੱਚ ਆਊ? ਨਹੀਂ ਸਮਝ ਵਿੱਚ ਆਉਣੀ ਹੈ। ਸੋ ਜਦੋਂ ਇਸ ਅਕਥ ਕਥਾ ਨੂੰ ਸਮਝਣਾ ਤੇ ਭਾਈ ਆਪਣੇ ਅੰਦਰ ਅੰਤਰਮੁਖ ਬਿਰਤੀ, ਅੰਤਰਮੁਖ ਧਿਆਨ ਉਹ ਕਰਨਾ ਪੈਂਦਾ। ਫਿਰ ਧਿਆਨ ਭਟਕੇ ਨਾ, ਜਿੱਦਾਂ ਸ਼ਿਵ ਜੀ ਦੇ ਵਿੱਚ, ਬ੍ਰਹਮਾ ਵਿਸ਼ਨ ਵਿੱਚ ਦਾ ਧਿਆਨ ਭਟਕਾ ਲੈਣਾ ਅਤੇ ਮਨ ਵਿੱਚ ਇਹੀ ਰੱਖਣਾ ਕਿ ਮੇਰੇ ਵਾਸਤੇ ਪ੍ਰਭੂ ਹੀ ਸ਼ਿਵ ਜੀ ਹੈ, ਪ੍ਰਭੂ ਹੀ ਬ੍ਰਹਮਾ ਹੈ, ਪ੍ਰਭੂ ਹੀ ਵਿਸ਼ਨ ਹੈ। ਇਹਦਾ ਧਿਆਨ ਨਹੀਂ ਭਟਕਣ ਦੇਣਾ। ਜੇ ਧਿਆਨ ਭਟਕ ਗਿਆ ਫਿਰ ਕਥ ਕਥਾ ਉਹ ਸਾਡੀ ਸਮਝ ਵਿੱਚ ਨਹੀਂ ਆਉਣੀ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਇੱਥੇ ਸਾਨੂੰ ਸਮਝਾ ਰਹੇ ਨੇ, ਕਹਿੰਦੇ ਭਾਈ ਸੋ ਇਹੀਓ ਸਮਝਣਾ ਵੀ ਦੇਵਤਿਆਂ ਦੇ ਵਿੱਚ ਵੀ ਆਪ ਹੀ ਉਹ ਵਰਤ ਰਿਹਾ ਹੈ। ਅਤੇ ਇੰਝ ਜੇ ਸਮਝ ਗਏ ਕਿ ਗੁਰਮੁਖ ਅਕਥ ਕਹਾਣੀ ਗੁਰੂ ਦੁਆਰਾ ਜਿਹੜੀ ਅਕਥ ਕਥਾ ਹੈ ਇਸ ਦੀ ਫਿਰ ਸੋਝੀ ਆ ਜਾਊਗੀ। ਕਹਾਣੀ ਰਾਜਾ ਰਾਮ ਕੀ ਕਹਾਣੀ ਸਮਝ ਵਿੱਚ ਆ ਜਾਊ। ਸਾਰੀ ਜ਼ਿੰਦਗੀ ਨਿਕਲ ਜਾਂਦੀ ਹੈ, ਰਾਜਾ ਰਾਮ ਦੀ ਕਹਾਣੀ ਨਹੀਂ ਪਤਾ ਲੱਗਦਾ। ਜੀਵ ਦਾ ਧਰਤੀ 'ਤੇ ਆਉਣਾ, ਜ਼ਿੰਦਗੀ ਬਤੀਤ ਕਰਨੀ, ਇਹੀ ਰਾਜਾ ਰਾਮ ਦੀ ਕਹਾਣੀ ਆ। ਕੀ ਕਰਨ ਆਇਆ ਸੀ ਅਤੇ ਕੀ ਕਰਕੇ ਜਾਂਦਾ। ਜੇ ਤਾਂ ਗੁਰਮੁਖਾਂ ਦੀ ਸਭਾ ਮਿਲ ਜਾਵੇ, ਸਤਸੰਗ ਮਿਲ ਜਾਵੇ, ਫਿਰ ਤਾਂ ਇਹਦਾ ਨਿਸ਼ਾਨਾ ਸਹੀ ਹੋ ਜਾਂਦਾ। ਫਿਰ ਤਾਂ ਜਿਸ ਕੰਮ ਵਾਸਤੇ ਆਇਆ ਉਹ ਕੰਮ ਪੁਰਜ਼ੋਰ ਨਿਰੰਤਰ ਕਰਦਾ। ਜੇ ਚਲੋ ਪਹੁੰਚ ਜਾਂਦਾ ਨਹੀਂ, ਨੇੜੇ ਤੇੜੇ ਤਾਂ ਚਲੇ ਹੀ ਜਾਂਦਾ ਨਾ, ਨੇੜੇ ਤੇੜੇ ਪਹੁੰਚ ਹੀ ਜਾਂਦਾ ਫਿਰ ਵੀ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਇੱਥੇ ਕਿਰਪਾ ਕਰਦੇ ਨੇ, ਕਹਿੰਦੇ ਭਾਈ ਇਹ ਕਥ ਕਹਾਣੀ ਹੈ। ਜਿੰਨਾ ਚਿਰ ਗੁਰਮੁਖਾਂ ਦੀ ਸਭਾ ਦੇ ਵਿੱਚ ਆਪਾਂ ਨਹੀਂ ਬੈਠਦੇ, ਇਹ ਅਕਥ ਕਹਾਣੀ ਸਾਡੇ ਸਮਝ ਵਿੱਚ ਨਹੀਂ ਆ ਸਕਦੀ ਹੈ। ਆਪੇ ਜੋਗੇ ਆਪੇ ਭੋਗੇ, ਆਪੇ ਸੰਨਿਆਸੀ ਫਿਰੈ ਬਿਬਾਣੀ। ਜੋਗੀ ਰੂਪ ਵੀ ਆਪ ਹੈ, ਜੋਗੀ ਵਿੱਚ ਵੀ ਤਾਂ ਆਪ ਹੀ ਹੈ। ਜੋਗੀ ਅੰਦਰ ਜੋਗੀਆ, ਭੋਗੀ ਅੰਦਰ ਭੋਗੀਆ। ਇੱਕ ਪਾਸੇ ਤਾਂ ਜਿਹੜੇ ਸੰਸਾਰ ਤੋਂ ਵਿਰਕਤ ਹੋ ਚੁੱਕੇ ਨੇ, ਸੰਸਾਰ ਦੇ ਸੁੱਖਾਂ ਦਾ ਤਿਆਗ ਕਰਕੇ ਜੰਗਲਾਂ ਦੇ ਵਿੱਚ ਭਟਕਦੇ ਨੇ,
ਤੀਰਥਾਂ ਦਾ ਭ੍ਰਮਣ ਕਰਦੇ ਨੇ, ਉਹਨਾਂ ਵਿੱਚ ਵੀ ਤਾਂ ਤੂੰ ਹੀ ਹੈ, ਉਹਨਾਂ ਵਿੱਚ ਵੀ ਤੂੰ ਹੀ ਹੈ। ਅਤੇ ਜਿਹੜੇ ਗ੍ਰਸਤੀ ਨੇ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹਨਾਂ ਗ੍ਰਸਤੀਆਂ ਦੇ ਵਿੱਚ ਭੋਗੀ ਅੰਦਰ ਭੋਗਿਆ, ਭੋਗੀ ਵੀ ਤੂੰ ਆਪ ਭੋਗਦਾ ਪਿਆ ਭੋਗਾਂ ਨੂੰ। ਸੰਨਿਆਸੀ ਵੀ ਆਪ ਹੈ, ਆਸਾਂ ਤੋਂ ਆਪਣੀਆਂ ਇੱਛਾਵਾਂ ਤੋਂ ਸੰਨਿਆਸ ਲੈ ਲੈਣਾ ਸੰਨਿਆਸੀ। ਅਤੇ ਕਿੱਥੇ ਫਿਰਦੇ ਨੇ? ਬਿਬਾਣੀ। ਜਦ ਹੁਣ ਮਨ 'ਚ ਆਸ ਹੀ ਨਹੀਂ ਕੋਈ, ਅਤੇ ਉਜਾੜ ਬੀਆਬਾਨ ਜੰਗਲਾਂ 'ਚ ਘੁੰਮਣਾ। ਜੇ ਤਾਂ ਕੋਈ ਆਸ ਹੋਵੇ ਫਿਰ ਤਾਂ ਕੋਈ ਸ਼ਹਿਰ ਵਿੱਚ ਆਵੇ, ਪਿੰਡ ਵਿੱਚ ਆਵੇ, ਕੋਈ ਭੀਖ ਮੰਗੇ ਅਤੇ ਜਾਂ ਕੋਈ ਆਪਣਾ ਆਸ਼ਰਮ ਬਣਾ ਕੇ ਰਹਿ ਲਵੇ। ਜਦ ਹੈ ਹੀ ਸੰਨਿਆਸੀ ਹੋ ਗਿਆ, ਆਸ ਨਿਰਾਸੀ ਤੋਂ ਸੰਨਿਆਸੀ, ਜਾਂ ਆਪਣੀਆਂ ਇੱਛਾਵਾਂ ਤੋਂ ਨਿਰਾਸ਼ ਹੀ ਹੋ ਗਿਆ, ਅਤੇ ਫਿਰ ਉਹਨੇ ਸ਼ਹਿਰਾਂ ਵਿੱਚ ਜਾਂ ਪਿੰਡਾਂ ਵਿੱਚ ਥੋੜ੍ਹੀ ਆਉਣਾ। ਉਹ ਫਿਰ ਕਿੱਥੇ ਘੁੰਮਦਾ? ਕਹਿੰਦੇ ਮਹਾਰਾਜ ਪਾਤਸ਼ਾਹ ਕਹਿੰਦੇ ਬਿਬਾਣੀ, ਉਹ ਜਿਹੜੇ ਉਜਾੜ ਬੀਆਬਾਨ ਜਿਹੜੇ ਨੇ ਨਾ, ਉਹਨਾਂ ਵਿੱਚ ਫਿਰ ਇਹ ਘੁੰਮਦਾ ਆ, ਕਿਉਂਕਿ ਇਹਨੂੰ ਉਦਾਸ ਹੋਣਾ ਚੰਗਾ ਲੱਗਦਾ ਹੁਣ, ਫਿਰ ਉਹੋ ਜਿਹਾ ਮਾਹੌਲ ਸਿਰਜਣਾ ਚਾਹੁੰਦਾ ਹੈ। ਪਰ ਆਪਣੇ ਆਲੇ ਦੁਆਲੇ ਦਾ ਇਹੋ ਜਿਹਾ ਮਾਹੌਲ ਸਿਰਜ ਕੇ ਵੀ ਇਹ ਮਨ ਕਰਕੇ ਉਦਾਸ ਨਹੀਂ ਹੋ ਸਕਦਾ ਜੀ। ਕਾਰਨ ਕੀ ਹੈ? ਕਿਉਂਕਿ 5 ਦੇ 5 ਵਿਕਾਰ ਇਸ ਦੇ ਨਾਲ ਨੇ, 5 ਵਿਕਾਰ ਨਾਲ ਨੇ, ਉਦਾਸ ਕਿੱਥੋਂ ਜਾਣਾ? ਸੋ ਗੁਰਮਤਿ ਅਨੁਸਾਰ, ਗੁਰਬਾਣੀ ਦੇ ਗਿਆਨ ਅਨੁਸਾਰ ਇਹਨਾਂ 5 ਵਿਕਾਰਾਂ ਦੇ ਉੱਤੇ ਜਦੋਂ ਫਤਿਹ ਪਾਈ ਦੀ, ਫਿਰ ਆਸ ਨਿਰਾਸੀ ਤਉ ਸੰਨਿਆਸੀ। ਜਦੋਂ ਆਸ ਤੋਂ ਨਿਰਾਸ਼ ਹੋ ਗਿਆ ਤਾਂ ਫਿਰ ਕੋਈ ਭੇਖ ਧਾਰਨ ਦੀ ਤਾਂ ਲੋੜ ਹੀ ਨਹੀਂ, ਨਾ ਬਿਵਾਣਾ ਵਿੱਚ ਜੰਗਲਾਂ ਵਿੱਚ ਭਟਕਣ ਦੀ ਲੋੜ ਹੈ, ਨਾ ਕੋਈ ਭੇਖ ਧਰਨ ਦੀ ਲੋੜ ਹੈ। ਅਤੇ ਉਹ ਹੁਣ ਜਿਹੜੀਆਂ ਆਸਾਂ ਅੰਦਰ ਪੈਦਾ ਹੋ ਰਹੀਆਂ, ਉਹਨੂੰ ਗਿਆਨ ਦੁਆਰਾ ਉਹ ਆਸਾਂ ਨੂੰ ਘੱਟ ਕਰਦਾ ਜਾ ਰਿਹਾ। ਗੁਰਬਾਣੀ ਦੇ ਗਿਆਨ ਦੁਆਰਾ ਜਿਹੜਾ ਸੰਨਿਆਸੀ ਬਣਦਾ ਨਾ, ਉਹਨੂੰ ਕਿਸੇ ਪਾਸੇ ਜਾਣ ਦੀ ਕੋਈ ਲੋੜ ਨਹੀਂ ਰਹਿ ਜਾਂਦੀ ਹੈ। ਸੋ ਇੱਥੇ ਹੀ ਘਰ ਦੇ ਵਿੱਚ ਹੀ ਬੈਠਾ ਉਹ ਸੰਨਿਆਸੀ ਹੁੰਦਾ ਹੈ, ਅਤੇ ਉਹਨੂੰ ਜੰਗਲਾਂ ਦੇ ਵਿੱਚ ਉਜਾੜ ਬੀਆਬਾਨਾਂ ਵਿੱਚ ਭਟਕਣ ਦੀ ਕੋਈ ਲੋੜ ਨਹੀਂ ਰਹਿ ਜਾਂਦੀ। ਕਹਿੰਦੇ ਆਪੇ ਨਾਲ ਗੋਸ਼ਟ ਆਪ ਉਪਦੇਸੈ, ਆਪੇ ਸੁਗੜ ਸਰੂਪ ਸਿਆਣੀ। ਇਹੋ ਜਿਹਾ ਜਿਹੜਾ ਸੰਨਿਆਸੀ ਹੁੰਦਾ ਨਾ ਜੀ, ਉਹ ਆਪਣੇ ਅੰਤਰਾਤਮਾ ਦੇ ਨਾਲ ਹਰ ਵਕਤ ਵਿਚਾਰਾਂ ਕਰਦਾ ਰਹਿੰਦਾ। ਇਹਦਾ ਮਹਾਰਾਜ ਨੇ ਇੱਕ ਨਮੂਨਾ ਪੇਸ਼ ਕੀਤਾ ਆਨੰਦ ਸਾਹਿਬ ਦੀ ਬਾਣੀ ਵਿੱਚ, ਆਪਣੇ ਆਪ ਨਾਲ ਗੱਲਾਂ ਇੱਦਾਂ ਕੀਤੀਆਂ ਹੋਈਆਂ। ਇਹ ਸਰੀਰਾ ਮੇਰਿਆ ਇਸ ਜੱਗ ਮੈਂ ਆਇ ਕੇ ਕਿਆ ਤੁਧ ਕਰਮ ਕਮਾਇਆ। ਇਹ ਸਾਰੀਆਂ ਆਪਣੇ ਆਪ ਨਾਲ ਹੀ ਗੱਲਾਂ ਕੀਤੀਆਂ ਹੋਈਆਂ। ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲ, ਆਪਣੇ ਆਪ ਨੂੰ ਗੱਲਾਂ, ਆਪਣੇ ਆਪ ਨੂੰ ਉਪਦੇਸ਼ ਦਿੱਤਾ ਹੋਇਆ। ਸੋ ਇਹਦੇ ਵੱਲ ਮਹਾਰਾਜ ਜੀ ਇਸ਼ਾਰਾ ਕਰਦੇ ਨੇ ਵੀ ਆਪੇ ਨਾਲ ਗੋਸ਼ਟ, ਜਿਹੜੀ ਵਿਚਾਰ ਚਰਚਾ ਕਰਨੀ ਹੈ ਨਾ, ਉਹ ਐਵੇਂ ਨਹੀਂ ਆਪਾਂ ਹੋਰ ਪਾਸੇ ਸਿੰਘ ਵਸਾਉਣਾ, ਆਪਣੇ ਨਾਲ ਹੀ ਕਰਨੀ ਹੈ ਨਾ। ਜੇ ਲਿਵ ਨਹੀਂ ਲੱਗਦੀ, ਬਾਣੀ ਪੜ੍ਹ ਕੇ ਆਨੰਦ ਨਹੀਂ ਮਿਲਦਾ, ਫਿਰ ਉਹਦਾ ਆਪਣੇ ਆਪ 'ਚ ਉਹਦਾ ਸਵਾਲ ਦਾ ਜਵਾਬ ਲੈਣਾ। ਬਾਣੀ ਪੜ੍ਹਨ ਨੂੰ ਮਨ ਨਹੀਂ ਕਰਦਾ, ਕਿਉਂ, ਕੀ ਕਾਰਨ ਹੈ? ਵੀ ਉਹ ਸਵਾਲ ਦਾ ਜਵਾਬ ਅੰਦਰੋਂ ਲੈਣਾ ਆ। ਆਪ ਉਪਦੇਸੈ, ਫਿਰ ਆਪਣੇ ਆਪ ਨੂੰ ਉਪਦੇਸ਼ ਦੇ ਲੈਣਾ। ਆਪਣੇ ਮਨ ਨੂੰ ਖੁਦ ਆਪ ਹੀ ਉਪਦੇਸ਼ ਦੇਈਦਾ ਹੁੰਦਾ ਗੁਰਬਾਣੀ 'ਚੋਂ। ਫਿਰ ਜਦੋਂ ਬੁੱਧੀ ਆਪਣੇ ਮਨ ਨੂੰ ਉਪਦੇਸ਼ ਦਿੰਦੀ ਹੈ, ਅਤੇ ਮਨ ਉਪਦੇਸ਼ ਲੈ ਵੀ ਲੈਂਦਾ। ਜਦੋਂ ਹੋਰ ਕੋਈ ਉਪਦੇਸ਼ ਦੇਵੇ, ਇਹ ਮਨ ਉਪਦੇਸ਼ ਨਹੀਂ ਲੈਂਦਾ। ਫਿਰ ਇਸ ਕਰਕੇ ਆਪਣੇ ਮਨ ਨੂੰ ਆਪ ਉਪਦੇਸ਼ ਦੇਣਾ ਗੁਰਬਾਣੀ ਦੁਆਰਾ। ਗੁਰਬਾਣੀ ਪੜ੍ਹ ਕੇ ਨਾ ਆਪ ਉਪਦੇਸ਼ ਹੈ। ਆਪੇ ਸੁਗੜ ਸਰੂਪ ਸਿਆਣੀ। ਸੋ ਹੁਣ ਅਗਰ ਇਹ ਬਾਣੀ ਦੇ ਨਾਲ ਜੁੜਿਆ ਰਹੇ, ਅਤੇ ਫਿਰ ਕੀ ਹੈ, ਅੰਤਰਮੁਖ ਬਿਰਤੀ ਬਣੀ ਰਹੇ, ਬਾਣੀ ਦੀ ਵਿਚਾਰ ਚੱਲੀ ਜਾਵੇ, ਅਤੇ ਆਪ ਹੀ ਇਹ ਸਿਆਣਾ ਹੋ ਜਾਂਦਾ, ਸੋਹਣੇ ਰੂਪ ਵਾਲਾ ਹੋ ਜਾਂਦਾ, ਸੋਹਣੀ ਸਲਾਹ ਦੇਣੇ ਵਾਲਾ ਹੋ ਜਾਂਦਾ। ਸੋ ਆਪਣੇ ਆਪ ਨੂੰ ਵੀ ਸੋਹਣੀ ਸਿੱਖ ਮੱਤ ਚੰਗੀ ਦੇਵੇਗਾ, ਅਤੇ ਜੇ ਕੋਈ ਸੋ ਗੁਰਮੁਖ ਪਿਆਰਾ ਇਹਦੇ ਨਾਲ ਸਲਾਹ ਮਸ਼ਵਰਾ ਕਰੇ, ਉਸ ਨੂੰ ਵੀ ਚੰਗੀ ਮੱਤ ਦੇਵੇਗਾ। ਕਿਉਂ? ਕਿਉਂਕਿ ਇਹ ਹੁਣ ਗੁਰਮਤਿ ਦਾ ਧਾਰਨੀ ਹੋ ਚੁੱਕਾ ਜੀ। ਆਪਣਾ ਝੂਜ ਕਰ ਵੇਖੈ ਆਪੇ। ਸੋ ਪਰਮਾਤਮਾ ਪਰਮੇਸ਼ਰ ਜਿਹੜਾ ਆ, ਉਹਦੇ ਸਾਰੇ ਇਹ ਚੋਜ ਨੇ। ਚਿਚ ਭਾਵ ਜੋ ਜੀ ਜੰਤ ਉਸਨੇ ਪੈਦਾ ਕਰ ਦਿੱਤੇ, ਉਹਦੇ ਚੋਜ ਹੀ ਹੈ। ਉਹ ਮਾਰਦਾ, ਜੀਵਾਲ ਦਾ, ਇਹ ਵੀ ਉਹਦੇ ਚੋਜ ਨੇ।
ਕਿਤੇ ਕੋ ਹੱਸਦਾ ਕਿਤੇ ਕੋ ਰੋਂਦਾ, ਸਭ ਉਹਦੇ ਚੋਜ ਨੇ। ਕਹਿੰਦੇ ਆਪਣਾ ਚੋਜ ਕਰ ਵੇਖੈ ਆਪੇ, ਆਪੇ ਸਭਨਾ ਜੀਆ ਕਾ ਹੈ ਜਾਣੀ। ਹਰ ਇੱਕ ਦੇ ਅੰਦਰ ਦੀ ਬਾਤ ਨੂੰ ਉਹ ਜਾਣਦਾ ਜੀ, ਵੀ ਕੀ ਕੀ ਸਾਡੇ ਮਨਾਂ ਦੇ ਵਿੱਚ ਹੈ ਅਤੇ ਕੀ ਸਾਡੇ ਮੁੱਖ ਦੇ ਵਿੱਚ ਹੈ। ਸੋ ਇਸ ਕਰਕੇ ਜਦੋਂ ਇਹ ਗੱਲ ਦਾ ਨਾ ਮਨ ਵਿੱਚ ਯਕੀਨ ਹੋ ਜਾਂਦਾ ਹੈ ਗੁਰਮੁਖ ਪਿਆਰੇ ਨੂੰ, ਵੀ ਉਹ ਅੰਦਰ ਦੀਆਂ ਜਾਣਦਾ, ਦਿਲਾਂ ਦੀਆਂ ਜਾਣਦਾ, ਉਹ ਫਿਰ ਜੋ ਮਨ ਵਿੱਚ ਹੁੰਦਾ ਮੂੰਹ 'ਤੇ ਹੁੰਦਾ ਜੀ। ਕਦੀ ਕੋਈ ਗੱਲ ਨਹੀਂ ਫਿਲਕਾਉਂਦਾ। ਘੱਟੋ ਘੱਟ ਗੁਰੂ ਦੇ ਕੋਲ ਤਾਂ ਨਾ ਲਕੋਈਏ, ਆਪਣੇ ਗੁਰੂ ਦੇ ਨਾਲ ਤਾਂ ਵਲ ਛਲ ਨਾ ਕਰੀਏ ਨਾ। ਬੰਦੇ ਨਾਲ ਤਾਂ ਬੰਦਾ ਵਲ ਛਲ ਕਰਦਾ, ਹਟਦਾ ਹੀ ਨਹੀਂ ਵਲ ਛਲ ਕਰਨ ਨੂੰ। ਟੇਢਾ ਟੇਢਾ ਚੱਲੀ ਜਾਂਦਾ, ਟੇਢਾ ਟੇਢਾ ਚੱਲੀ ਜਾਂਦਾ। ਘੱਟੋ ਘੱਟ ਗੁਰੂ ਦੇ ਨਾਲ ਤਾਂ ਟੇਢਾ ਨਾ ਚੱਲਣਾ। ਗੁਰੂ ਨਾਲ ਤਾਂ ਜੋ ਸਹੀ ਮਨ ਕੀ ਬਾਤ ਹੁੰਦੀ ਤੂੰ ਜ਼ਰੂਰ ਕਰਿਆ ਕਰ, ਪਰ ਨਹੀਂ, ਉੱਥੇ ਵੀ ਨਹੀਂ ਕਰਦਾ ਹੈ। ਸੋ ਮਹਾਰਾਜ ਨੇ ਇਹ ਪਾਵਨ ਪਵਿੱਤਰ ਉਪਦੇਸ਼ ਬਖਸ਼ਿਆ ਜੀ। ਗੁਰੂ ਕਿਰਪਾ ਕਰੇ ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸੇ। ਭੁੱਲਾਂ ਚੁੱਕਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਏਕ ਓਂਕਾਰ ਸਤਿਗੁਰ ਪ੍ਰਸਾਦਿ। ਆਨੰਦ ਭਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਛੇਤੀ। ਮਨ ਵਜੀਆਂ ਵਧਾਈਆਂ, ਰਾਗ ਰਤਨ ਪਰਿਵਾਰ ਭਰੀਆਂ। ਸ਼ਬਦ ਗਾਵਣ ਆਈਆਂ, ਸ਼ਬਦ ਤਾਂ ਗਾਵੋ ਹਰੀ ਕੇਰਾ। ਮਨ ਜਿਨੀ ਵਸਾਇਆ, ਕਹੈ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੁ ਤੂੰ ਮਨ ਮੇਰੇ। ਦੁੱਖ ਸਭ ਵਿਸਾਰਣਾ, ਅੰਗੀਕਾਰੁ ਕਰੇ ਤੇਰਾ ਕਾਰਜ ਸਭ ਸਵਾਰਨਾ। ਸਭਨਾ ਗੱਲਾਂ ਸਮਰਾ ਸੁਆਮੀ, ਸੋ ਕਿਉ ਮਨੁ ਵਿਸਾਰੇ। ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ। ਘਰ ਤਾਂ ਤੇਰਾ ਸਭ ਕਿਛ ਹੈ, ਜਿਸ ਦੇ ਸੁਭਾਵੇਂ। ਸਦਾ ਸਿਵ ਸਲਾਹ ਤੇਰੀ, ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰੇ। ਸਾਚਾ ਨਾਮ ਮੇਰਾ ਆਧਾਰ, ਸਾਚ ਨਾਮ ਉਧਾਰ ਮੇਰਾ। ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਨ ਸੁਖ ਮਨ ਆਏ ਵਸਿਆ। ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰ ਵਿਟੋ ਜਿਸ ਦੀਆਂ ਵਡਿਆਈਆਂ। ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ। ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਜ ਸ਼ਬਦ ਤਿਤ ਕਰ ਸੁਭਾਗੇ। ਕਰ ਸੁਭਾਗੇ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆਂ। ਪੰਜ ਦੂਤ ਦਵਾਸ ਕੀਤੇ, ਕਾਲ ਕੰਟਕ ਮਾਰਿਆ। ਤੁਰ ਕਰਮ ਪਾਇਆ ਤੁਰ ਜਿਨ ਕੋ ਸੇ, ਨਾਮ ਹਰ ਕੇ ਲਾਗੇ। ਕਹਿ ਨਾਨਕ ਤੈ ਸੁਖ ਹੋਆ, ਤਿਤ ਕਰ ਅਨਹਦ ਵਾਜੇ। ਅਨੰਦ ਸੁਣੋ ਬੜ ਭਾਗੀ ਹੋ, ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ। ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਸੰਤ ਸਾਜਨ ਭਏ ਸਰਸੇ, ਪੂਰੇ ਗੁਰ ਤੇ ਜਾਣੀ। ਸੁਣ ਤੇ ਪਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਸ਼ਲੋਕ। ਪਵਨ ਗੁਰੂ ਪਾਣੀ ਪਿਤਾ, ਮਾਤਾ ਧਰਤ ਮਹਤ। ਦਿਵਸ ਰਾਤ ਦੋਇੰਦਾ ਦਾਇਆ, ਖੇਲਾ ਸਗਲ ਜਗਤ। ਚੰਗਿਆਈਆਂ ਬੁਰਿਆਈਆਂ, ਪਾਛੇ ਧਰਮ ਹਦੂਰ। ਕਰਮੀ ਆਪੋ ਆਪਣੀ, ਕੇ ਨੇੜੇ ਕੇ ਦੂਰ। ਜਿਨੀ ਨਾਮ ਧਿਆਇਆ, ਗਏ ਮਸ਼ੱਕਤ ਕਾਲ। ਨਾਨਕ ਤੇ ਮੁਖ ਉਜਲੇ, ਕੇਤੀ ਛਟੀ ਨਾਲ। ਜਿਨੀ ਨਾਮ ਧਿਆਇਆ, ਗਏ ਮਸ਼ੱਕਤ ਕਾਲ। ਨਾਨਕ ਤੇ ਮੁਖ ਉਜਲੇ, ਕੀਤੀ ਛੁਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ।